प्यारे विद्यार्थियों, मैं बलकरण सिंह अंग्रेजी अध्यापक सरकारी सीनियर सैकेंडरी स्कूल सिखवाला ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਆਪਾਂ ਆਪਣੀ ਜਮਾਤ 7ਵੀਂ ਦੇ ਵਿਸ਼ਾ ਸਮਾਜਿਕ ਸਿੱਖਿਆ ਅਧੀਨ ਪਾਠ ਨੰਬਰ 16 ਨਗਰ ਵਪਾਰੀ ਅਤੇ ਕਾਰੀਗਰ ਭਾਗ ਪਹਿਲਾ ਦਾ ਅਧਿਐਨ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਨਗਰ ਵਪਾਰੀ ਅਤੇ ਕਾਰੀਗਰ ਕਹਿੰਦੇ ਕਿਸ ਨੂੰ ਹਨ। ਨਗਰ ਇਹ ਉਹ ਇਲਾਕਾ ਹੁੰਦਾ ਹੈ ਜੋ ਪਿੰਡ ਤੋਂ ਸ਼ਹਿਰ ਵਿੱਚ ਬਦਲ ਰਿਹਾ ਹੁੰਦਾ ਹੈ। ਵਪਾਰੀ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਵਸਤੂਆਂ ਦਾ ਵਪਾਰ ਭਾਵ ਖਰੀਦ ਵੇਚ ਕਰਦਾ ਹੈ ਅਤੇ ਕਾਰੀਗਰ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਖਾਸ ਕਿੱਤੇ ਵਿੱਚ ਮੁਹਾਰਤ ਰੱਖਦਾ ਹੈ। ਆਓ ਹੁਣ ਆਪਾਂ ਆਪਣਾ ਪਾਠ ਸ਼ੁਰੂ ਕਰਨ ਜਾ ਰਹੇ ਹਾਂ। ਖੇਤੀਬਾੜੀ ਦੀ ਖੋਜ ਕਰਨ ਪਿੱਛੋਂ ਆਦਿ ਮਨੁੱਖ ਨੇ ਆਪਣੇ ਖੇਤਾਂ ਦੇ ਨੇੜੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ। ਸਮਾਂ ਬੀਤਣ ਨਾਲ ਜਦੋਂ ਕਾਫੀ ਗਿਣਤੀ ਵਿੱਚ ਲੋਕ ਪਿੰਡਾਂ ਵਿੱਚ ਰਹਿਣ ਲੱਗ ਗਏ ਤਾਂ ਇਹਨਾਂ ਵਿੱਚੋਂ ਬਹੁਤ ਸਾਰੇ ਪਿੰਡ ਉੱਨਤੀ ਕਰਕੇ ਨਗਰ ਬਣ ਗਏ। ਇਹਨਾਂ ਵਿੱਚੋਂ ਕੁਝ ਨਗਰ ਧਾਰਮਿਕ ਵਿਅਕਤੀਆਂ, ਵਪਾਰੀਆਂ, ਕਾਰੀਗਰਾਂ ਅਤੇ ਸ਼ਾਸਕ ਵਰਗ ਦੀਆਂ ਸਰਗਰਮੀਆਂ ਕਾਰਨ ਕੁਝ ਦਰਬਾਰੀ ਨਗਰ, ਕੁਝ ਤੀਰਥ ਸਥਾਨ, ਕੁਝ ਬੰਦਰਗਾਹ ਨਗਰ ਅਤੇ ਕੁਝ ਵਪਾਰਕ ਨਗਰਾਂ ਵਜੋਂ ਪ੍ਰਫੁੱਲਤ ਹੋ ਗਏ। ਆਓ ਹੁਣ ਆਪਾਂ ਇਹਨਾਂ ਦੇ ਸਰੋਤਾਂ ਬਾਰੇ ਜਾਣਕਾਰੀ ਲੈਂਦੇ ਹਾਂ। ਬਰਨੀਅਰ ਵਰਗੇ ਵਿਦੇਸ਼ੀ ਯਾਤਰੀ ਦੇ ਬਿਰਤਾਂਤ ਤੋਂ ਸਾਨੂੰ ਮੁਗਲ ਕਾਲ ਦੇ ਸ਼ਾਸਨ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਇੱਕ ਪੁਰਤਗਾਲੀ ਯਾਤਰੀ ਦੁਰਤ ਬਾਰਬੋਸਾ ਅਤੇ ਇੱਕ ਅੰਗਰੇਜ਼ ਯਾਤਰੀ ਰਾਲਫ ਫਿਚ ਜਿਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ, ਉਹਨਾਂ ਦੇ ਬਿਰਤਾਂਤਾਂ ਤੋਂ ਸਾਨੂੰ ਉਸ ਸਮੇਂ ਦੌਰਾਨ ਸ਼ਹਿਰੀ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਵਿਲੀਅਮ ਬਾਫਿਨ ਅਤੇ ਸਰ ਥਾਮਸ ਰॉ ਦੁਆਰਾ ਤਿਆਰ ਕੀਤੇ ਗਏ ਨਕਸ਼ਿਆਂ ਤੋਂ ਮੁਗਲ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। ਸਰ ਥਾਮਸ ਰॉ ਅਤੇ ਹੌਰਨਡਿਊ ਦੁਆਰਾ ਮੁਗਲ ਸਾਮਰਾਜ ਤਿਆਰ ਕੀਤੇ ਗਏ ਨਕਸ਼ੇ ਵਿੱਚ ਥਾਂਟਾ, ਲਾਹੌਰ, ਸੂਰਤ ਅਤੇ ਮੁਲਤਾਨ ਸਥਾਨ ਦਰਸਾਏ ਗਏ ਹਨ। ਮੁਗਲਾਂ ਦੇ ਭੂਮੀ ਲਗਾਨ ਪ੍ਰਬੰਧ ਦੇ ਸਰਕਾਰੀ ਦਸਤਾਵੇਜ਼ਾਂ ਅਤੇ ਭੂਮੀ ਗ੍ਰਾਂਟਾਂ ਤੋਂ ਵੀ ਸਾਨੂੰ ਨਵੇਂ ਅਤੇ ਪੁਰਾਣੇ ਨਗਰਾਂ ਬਾਰੇ ਜਾਣਕਾਰੀ ਮਿਲਦੀ ਹੈ। ਆਓ ਹੁਣ ਆਪਾਂ ਰਾਜਧਾਨੀ ਨਗਰ ਜਾਂ ਦਰਬਾਰੀ ਨਗਰਾਂ ਬਾਰੇ ਅਧਿਐਨ ਕਰੀਏ। ਹੜੱਪਾ ਅਤੇ ਮੋਹਿੰਜੋਦੜੋ ਸਿੰਧੂ ਘਾਟੀ ਲੋਕਾਂ ਦੇ ਰਾਜਧਾਨੀ ਨਗਰ ਸਨ। ਵੈਦਿਕ ਕਾਲ ਵਿੱਚ ਅਯੋਧਿਆ ਅਤੇ ਇੰਦਰਪ੍ਰਸਥ ਰਾਜਧਾਨੀ ਨਗਰ ਸਨ। 600 ਈਸਵੀ ਪੂਰਵ ਵਿੱਚ 16 ਮਹਾਜਨਪਦਾਂ ਦੇ ਆਪਣੇ ਆਪਣੇ ਰਾਜਧਾਨੀ ਨਗਰ ਸਨ। ਉਹਨਾਂ ਵਿੱਚੋਂ ਕੌਸ਼ਾਂਬੀ, ਪਾਟਲੀਪੁੱਤਰ ਅਤੇ ਵੈਸ਼ਾਲੀ ਆਦਿ ਬਹੁਤ ਪ੍ਰਸਿੱਧ ਸਨ। ਰਾਜਪੂਤ ਸ਼ਾਸਕਾਂ ਅਧੀਨ ਅਜਮੇਰ, ਕਨੌਜ, ਤ੍ਰਿਪੁਰੀ, ਦਿੱਲੀ, ਆਗਰਾ, ਫਤਿਹਪੁਰ ਸੀਕਰੀ ਆਦਿ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ। ਦੱਖਣੀ ਭਾਰਤ ਵਿੱਚ ਕਾਂਚੀ, ਬਦਾਮੀ, ਕਲਿਆਣੀ, ਵੈਂਗੀ, ਦੇਵਗਿਰੀ, ਮਾਨਖੇਤ, ਤੰਜੌਰ ਅਤੇ ਮਦੁਰਾਈ ਆਦਿ ਰਾਜਧਾਨੀ ਨਗਰ ਸਨ। ਦਿੱਲੀ ਸਲਤਨਤ ਦੇ ਰਾਜਕਾਲ ਸਮੇਂ ਲਾਹੌਰ ਅਤੇ ਦਿੱਲੀ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ। ਮੁਗਲ ਕਾਲ ਸਮੇਂ ਦਿੱਲੀ, ਆਗਰਾ, ਫਤਿਹਪੁਰ ਸੀਕਰੀ ਦੇ ਰਾਜਧਾਨੀ ਨਗਰ ਸਨ। ਆਓ ਆਪਾਂ ਹੁਣ ਤੱਕ ਕੀਤੇ ਅਧਿਐਨ ਦੀ ਦੁਹਰਾਈ ਕਰੀਏ। ਇਸ ਅਧੀਨ ਤੁਹਾਡੇ ਤੋਂ ਕੁਝ ਪ੍ਰਸ਼ਨ ਉੱਤਰ ਪੁੱਛੇ ਜਾਣਗੇ, ਖਾਲੀ ਥਾਵਾਂ ਭਰਨ ਲਈ ਕਿਹਾ ਜਾਵੇਗਾ ਅਤੇ ਮਿਲਾਨ ਕਰਨ ਲਈ ਕਿਹਾ ਜਾਵੇਗਾ। ਸਭ ਤੋਂ ਪਹਿਲਾਂ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ, ਬਰਨੀਅਰ ਦੇ ਬਿਰਤਾਂਤ ਤੋਂ ਸਾਨੂੰ ਕਿਸ ਕਾਲ ਦੇ ਸ਼ਾਸਨ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ? ਉੱਤਰ ਹੈ ਬਰਨੀਅਰ ਦੇ ਬਿਰਤਾਂਤ ਤੋਂ ਸਾਨੂੰ
ਮੁਗਲ ਕਾਲ ਦੇ ਸ਼ਾਸਨ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। ਪ੍ਰਸ਼ਨ ਨੰਬਰ 2, ਸਰ ਥਾਮਸ ਰਾਓ ਅਤੇ ਹੌਂਡੀਓ ਦੁਆਰਾ ਤਿਆਰ ਕੀਤੇ ਗਏ ਨਕਸ਼ੇ ਵਿੱਚ ਕਿਹੜੇ ਸਥਾਨ ਦਰਸਾਏ ਗਏ ਹਨ? ਉੱਤਰ ਹੈ ਥਾਂਟਾ, ਲਾਹੌਰ, ਸੂਰਤ ਅਤੇ ਮੁਲਤਾਨ। ਪ੍ਰਸ਼ਨ ਨੰਬਰ 3, ਵੈਦਿਕ ਕਾਲ ਦੇ ਕਿਹੜੇ ਰਾਜਧਾਨੀ ਨਗਰਾਂ ਦਾ ਜ਼ਿਕਰ ਕੀਤਾ ਗਿਆ ਹੈ? ਉੱਤਰ ਹੈ ਅਯੁੱਧਿਆ ਅਤੇ ਇੰਦਰਪ੍ਰਸਥ। ਪ੍ਰਸ਼ਨ ਨੰਬਰ 4, ਤੰਜੌਰ ਅਤੇ ਮਦੁਰਾਈ ਕਿੱਥੋਂ ਦੇ ਰਾਜਧਾਨੀ ਨਗਰ ਸਨ? ਉੱਤਰ ਹੈ ਦੱਖਣੀ ਭਾਰਤ। ਅੱਗੇ ਵਿਦਿਆਰਥੀਓ, ਤੁਸੀਂ ਦਿੱਤੀਆਂ ਗਈਆਂ ਆਪਸ਼ਨਾਂ ਦਾ ਸਹੀ ਮਿਲਾਨ ਕਰਨਾ ਹੋਵੇਗਾ। ਆਓ ਹੁਣ ਆਪਾਂ ਸਹੀ ਮਿਲਾਨ ਬਾਰੇ ਜਾਣਦੇ ਹਾਂ। ਸਿੰਧੂ ਘਾਟੀ ਦੇ ਰਾਜਧਾਨੀ ਨਗਰ ਹੜੱਪਾ ਅਤੇ ਮੋਹਿੰਜੋਦੜੋ। ਦਿੱਲੀ ਸਲਤਨਤ ਕਾਲ ਦੇ ਰਾਜਧਾਨੀ ਨਗਰ ਦਿੱਲੀ ਅਤੇ ਲਾਹੌਰ। ਮੁਗਲ ਕਾਲ ਦੇ ਰਾਜਧਾਨੀ ਨਗਰ ਲਾਹੌਰ, ਆਗਰਾ ਅਤੇ ਮਹਾਜਨਪਦ ਕਾਲ ਦੇ ਰਾਜਧਾਨੀ ਨਗਰ ਕੌਸ਼ੰਬੀ ਅਤੇ ਪਾਟਲੀਪੁੱਤਰ। ਹੁਣ ਵਿਦਿਆਰਥੀਓ, ਤੁਸੀਂ ਖਾਲੀ ਥਾਵਾਂ ਭਰਨੀਆਂ ਹਨ। ਆਓ ਹੁਣ ਆਪਾਂ ਇਹਨਾਂ ਖਾਲੀ ਥਾਵਾਂ ਦੇ ਸਹੀ ਉੱਤਰ ਜਾਣਦੇ ਹਾਂ। ਦੁਰਤ ਬਾਰਬੋਸਾ ਇੱਕ ਪੁਰਤਗਾਲੀ ਯਾਤਰੀ ਸੀ। ਵੈਦਿਕ ਕਾਲ ਵਿੱਚ ਅਯੋਧਿਆ ਅਤੇ ਇੰਦਰਪ੍ਰਸਥ ਰਾਜਧਾਨੀ ਨਗਰ ਸਨ। ਬਹੁਤ ਸਾਰੇ ਪਿੰਡ ਉੱਨਤੀ ਕਰਕੇ ਨਗਰ ਬਣ ਗਏ। ਆਗਰਾ ਮੁਗਲ ਕਾਲ ਸਮੇਂ ਰਾਜਧਾਨੀ ਨਗਰ ਸੀ। ਆਓ ਹੁਣ ਆਪਾਂ ਭਾਰਤ ਦੇ ਬੰਦਰਗਾਹ ਨਗਰਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਮੱਧਕਾਲੀਨ ਭਾਰਤ ਵਿੱਚ ਬਹੁਤ ਸਾਰੇ ਬੰਦਰਗਾਹ ਨਗਰ ਸਨ, ਕਿਉਂਕਿ ਭਾਰਤ ਦੇ ਤਿੰਨੇ ਪਾਸੇ ਸਮੁੰਦਰ ਲੱਗਦੇ ਹਨ। ਭਾਰਤ ਦੇ ਪੱਛਮੀ ਸਮੁੰਦਰੀ ਤੱਟ ਉੱਤੇ ਗੋਆ, ਕੋਚੀਨ, ਸੂਰਤ, ਭਰੂਚ, ਛਪਾਰਾ ਆਦਿ ਬੰਦਰਗਾਹ ਨਗਰ ਸਥਾਪਿਤ ਹਨ। ਮੱਧਕਾਲੀਨ ਯੁੱਗ ਵਿੱਚ ਭਾਰਤ ਦੇ ਪੂਰਬੀ ਸਮੁੰਦਰੀ ਤੱਟ ਉੱਤੇ ਵਿਸ਼ਾਖਾਪਟਨਮ, ਤਾਮਿਲਨਿਪੀ, ਹੁਗਲੀ ਆਦਿ ਪ੍ਰਮੁੱਖ ਸਮੁੰਦਰੀ ਬੰਦਰਗਾਹਾਂ ਹਨ। ਬੰਦਰਗਾਹ ਨਗਰ ਸਮੁੰਦਰ ਕੰਢੇ 'ਤੇ ਸਥਿਤ ਉਹ ਨਗਰ ਹਨ ਜਿਸ ਦੇ ਤਿੰਨ ਪਾਸੇ ਸਮੁੰਦਰ ਹੈ ਅਤੇ ਇੱਥੇ ਬੇੜੀਆਂ, ਕਿਸ਼ਤੀਆਂ, ਸਮੁੰਦਰੀ ਜਹਾਜ਼ ਆਦਿ ਰਾਹੀਂ ਸਮਾਨ ਦੀ ਢੋਆ ਢੁਆਈ ਹੁੰਦੀ ਹੈ। ਆਓ ਹੁਣ ਆਪਾਂ ਭਾਰਤ ਦੇ ਤੀਰਥ ਸਥਾਨਾਂ ਬਾਰੇ ਜਾਣਕਾਰੀ ਲੈਂਦੇ ਹਾਂ। ਮੱਧਕਾਲੀਨ ਭਾਰਤ ਵਿੱਚ
ਨਨਕਾਣਾ ਸਾਹਿਬ ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਉਸ ਤੋਂ ਇਲਾਵਾ ਅੰਮ੍ਰਿਤਸਰ, ਕੁਰੂਕਸ਼ੇਤਰ, ਜਗਨਨਾਥਪੁਰੀ, ਦਵਾਰਕਾਪੁਰੀ, ਹਰਿਦੁਆਰ ਆਦਿ ਤੀਰਥ ਸਥਾਨਾਂ ਵਜੋਂ ਪ੍ਰਫੁੱਲਿਤ ਹੋਏ। ਹੁਣ ਆਪਾਂ ਭਾਰਤ ਦੇ ਵਪਾਰਕ ਨਗਰਾਂ ਬਾਰੇ ਅਧਿਐਨ ਕਰਾਂਗੇ। ਵਪਾਰਕ ਨਗਰ ਉਹ ਸਥਾਨ ਹੁੰਦਾ ਹੈ ਜਿੱਥੇ ਵੱਖ-ਵੱਖ ਉਤਪਾਦਨ ਕੇਂਦਰਾਂ ਤੋਂ ਆਉਣ ਵਾਲਾ ਸਮਾਨ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਮੱਧਕਾਲੀਨ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਵਪਾਰਕ ਨਗਰ ਸਥਾਪਿਤ ਹੋਏ। ਇਹਨਾਂ ਵਿੱਚੋਂ ਦਿੱਲੀ, ਆਗਰਾ, ਅਹਿਮਦਾਬਾਦ, ਅਹਿਮਦਨਗਰ, ਸੂਰਤ ਅਤੇ ਦਮਨ ਅਤੇ ਦਿਊ ਆਦਿ ਬਹੁਤ ਪ੍ਰਸਿੱਧ ਹਨ। ਵਪਾਰੀ ਅਤੇ ਕਾਰੀਗਰ। ਭਾਰਤ ਦੇਸ਼ ਦੀ ਆਰਥਿਕ ਸਥਿਤੀ ਵਿੱਚ ਭਾਰਤੀ ਵਪਾਰੀਆਂ ਅਤੇ ਕਾਰੀਗਰਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਭਾਰਤੀ ਕਾਰੀਗਰ ਕਈ ਕਿਸਮ ਦਾ ਵਧੀਆ ਮਾਲ ਤਿਆਰ ਕਰਨ ਵਿੱਚ ਨਿਪੁੰਨ ਸਨ। ਉਹ ਕੱਪੜਾ ਉਦਯੋਗ ਵਿੱਚ ਵੀ ਬਹੁਤ ਨਿਪੁੰਨ ਸਨ। ਉਹਨਾਂ ਦੁਆਰਾ ਤਿਆਰ ਕੀਤਾ ਗਿਆ ਊਨੀ, ਸੂਤੀ ਅਤੇ ਰੇਸ਼ਮੀ ਕੱਪੜਾ ਸੰਸਾਰ ਭਰ ਵਿੱਚ ਪ੍ਰਸਿੱਧ ਸੀ। ਉਹ ਚਮੜੇ ਦਾ ਸਮਾਨ ਤਿਆਰ ਕਰਨ ਵਿੱਚ ਵੀ ਬਹੁਤ ਨਿਪੁੰਨ ਸਨ। ਮੱਧਕਾਲੀਨ ਭਾਰਤ ਵਿੱਚ ਧਾਤਾਂ ਦੀਆਂ ਵਸਤੂਆਂ ਬਣਾਉਣ ਦੀ ਕਲਾ ਵੀ ਬਹੁਤ ਪ੍ਰਫੁੱਲਤ ਹੋਈ। ਲੁਹਾਰਾਂ ਅਤੇ ਸੁਨਿਆਰਾਂ ਨੇ ਵਧੀਆ ਕਿਸਮ ਦਾ ਮਾਲ ਤਿਆਰ ਕੀਤਾ। ਭਾਰਤ ਦੇ ਵਪਾਰੀਆਂ ਨੇ ਇਸ ਤਿਆਰ ਕੀਤੇ ਮਾਲ ਨੂੰ ਹੋਰਨਾਂ ਦੇਸ਼ਾਂ ਵਿੱਚ ਵੀ ਭੇਜਿਆ। ਸਿੱਟੇ ਵਜੋਂ ਭਾਰਤੀ ਕਾਰੀਗਰਾਂ ਅਤੇ ਵਪਾਰੀਆਂ ਨੇ ਭਾਰਤ ਦੇ ਅਮੀਰ ਬਣਨ ਵਿੱਚ ਬਹੁਤ ਸਹਾਇਤਾ ਕੀਤੀ। ਭਾਰਤ ਦੇ ਵਪਾਰੀਆਂ ਅਤੇ ਕਾਰੀਗਰਾਂ ਨੇ ਆਪਣੇ ਆਪਣੇ ਗਿਲਡ ਸਥਾਪਿਤ ਕਰ ਲਏ ਸਨ। ਇਹਨਾਂ ਗਿਲਡਾਂ ਨੇ ਅਲੱਗ-ਅਲੱਗ ਪ੍ਰਕਾਰ ਦਾ ਵਧੀਆ ਮਾਲ ਤਿਆਰ ਕਰਨ ਵਿੱਚ ਕਾਰੀਗਰਾਂ ਅਤੇ ਵਪਾਰੀਆਂ ਦੀ ਮਦਦ ਕੀਤੀ ਤਾਂ ਕਿ ਕੋਈ ਹੋਰ ਦੇਸ਼ ਵਪਾਰ ਦੇ ਖੇਤਰ ਵਿੱਚ ਉਹਨਾਂ ਦਾ ਮੁਕਾਬਲਾ ਨਾ ਕਰ ਸਕੇ। ਹੁਣ ਤੁਹਾਡੇ ਦਿਮਾਗ ਵਿੱਚ ਆ ਰਿਹਾ ਹੋਵੇਗਾ ਕਿ ਇਹ ਗਿਲਡ ਕੀ ਹੈ। ਵਿਦਿਆਰਥੀਓ, ਗਿਲਡ ਇੱਕ ਅਜਿਹਾ ਸੰਘ ਜਾਂ ਸੰਗਠਨ ਹੈ ਜਿਸ ਦੇ ਸਾਰੇ ਵਪਾਰੀ ਮੈਂਬਰ ਇੱਕੋ ਜਿਹਾ ਕਿੱਤਾ ਕਰਦੇ ਹੋਣ ਜਾਂ ਕਿੱਤਾ ਕਰਦੇ ਸਨ। ਆਓ ਹੁਣ ਆਪਾਂ ਹੁਣ ਤੱਕ ਕੀਤੇ ਗਏ ਅਧਿਐਨ ਦੀ ਦੁਹਰਾਈ ਕਰੀਏ। ਸਭ ਤੋਂ ਪਹਿਲਾਂ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ, ਭਾਰਤ ਦੇ ਪੱਛਮੀ ਸਮੁੰਦਰੀ ਤੱਟ ਉੱਤੇ ਸਥਿਤ ਕੋਈ ਦੋ ਬੰਦਰਗਾਹ ਨਗਰਾਂ ਦੇ ਨਾਮ ਦੱਸੋ। ਕੋਚੀਨ ਅਤੇ ਸੂਰਤ। ਭਾਰਤ ਦੇ ਪੱਛਮੀ ਸਮੁੰਦਰੀ ਤੱਟ ਉੱਤੇ ਦੋ ਬੰਦਰਗਾਹ ਨਗਰ ਕੋਚੀਨ ਅਤੇ ਸੂਰਤ ਹਨ। ਪ੍ਰਸ਼ਨ ਨੰਬਰ 2, ਮੱਧਕਾਲੀਨ ਯੁੱਗ ਵਿੱਚ ਭਾਰਤ ਦੇ ਪੂਰਬੀ ਸਮੁੰਦਰ ਤੱਟ ਉੱਤੇ ਕਿਹੜੀਆਂ ਪ੍ਰਮੁੱਖ ਸਮੁੰਦਰੀ ਬੰਦਰਗਾਹਾਂ ਸਨ। ਵਿਸ਼ਾਖਾਪਟਨਮ ਅਤੇ ਤਾਮਰਲਿਪਤੀ। ਮੱਧਕਾਲੀਨ ਯੁੱਗ ਵਿੱਚ ਭਾਰਤ ਦੇ ਪੂਰਬੀ ਸਮੁੰਦਰ ਤੱਟ ਉੱਤੇ ਵਿਸ਼ਾਖਾਪਟਨਮ ਅਤੇ ਤਾਮਰਲਿਪਤੀ ਨਾਮੀ ਸਮੁੰਦਰੀ ਬੰਦਰਗਾਹਾਂ ਸਨ। ਪ੍ਰਸ਼ਨ ਨੰਬਰ 3, ਕੋਈ 4 ਤੀਰਥ ਸਥਾਨਾਂ ਦੇ ਨਾਮ ਦੱਸੋ।
ਨਨਕਾਣਾ ਸਾਹਿਬ, ਅੰਮ੍ਰਿਤਸਰ, ਜਗਨਨਾਥਪੁਰੀ ਅਤੇ ਦਵਾਰਕਾਪੁਰੀ। ਪ੍ਰਸ਼ਨ ਨੰਬਰ 4, ਕੁਝ ਪ੍ਰਸਿੱਧ ਮੱਧਕਾਲੀਨ ਵਪਾਰਕ ਨਗਰਾਂ ਦੇ ਨਾਮ ਦੱਸੋ। ਉੱਤਰ ਹੈ ਦਿੱਲੀ, ਆਗਰਾ, ਸੂਰਤ, ਗੋਆ ਆਦਿ। ਪ੍ਰਸ਼ਨ ਨੰਬਰ 5, ਭਾਰਤੀ ਕਾਰੀਗਰਾਂ ਦੁਆਰਾ ਤਿਆਰ ਕੀਤਾ ਗਿਆ ਕਿਹੜੇ ਪ੍ਰਕਾਰ ਦਾ ਕੱਪੜਾ ਸੰਸਾਰ ਭਰ ਵਿੱਚ ਬਹੁਤ ਪ੍ਰਸਿੱਧ ਸੀ। ਊਨੀ, ਸੂਤੀ ਅਤੇ ਰੇਸ਼ਮੀ ਕੱਪੜਾ। ਇਹ ਕੱਪੜਾ ਸੰਸਾਰ ਭਰ ਵਿੱਚ ਬਹੁਤ ਪ੍ਰਸਿੱਧ ਸੀ। ਪ੍ਰਸ਼ਨ ਨੰਬਰ 6, ਗਿਲਡ ਕੀ ਸੀ। ਗਿਲਡ ਇੱਕ ਅਜਿਹਾ ਸੰਘ ਸੀ ਜਿਸ ਦੇ ਸਾਰੇ ਵਪਾਰੀ ਮੈਂਬਰ ਇੱਕੋ ਜਿਹਾ ਕਿੱਤਾ ਕਰਦੇ ਸਨ। ਪ੍ਰਸ਼ਨ ਨੰਬਰ 7, ਵਪਾਰਕ ਨਗਰ ਜਾਂ ਵਪਾਰਕ ਕੇਂਦਰ ਕਿਸ ਨੂੰ ਕਹਿੰਦੇ ਹਨ। ਉੱਤਰ, ਵਪਾਰਕ ਨਗਰ ਜਾਂ ਵਪਾਰਕ ਕੇਂਦਰ ਇੱਕ ਅਜਿਹਾ ਸਥਾਨ ਹੈ ਜਿੱਥੇ ਵੱਖ-ਵੱਖ ਉਤਪਾਦਨ ਕੇਂਦਰਾਂ ਤੋਂ ਆਉਣ ਵਾਲਾ ਸਮਾਨ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਖਾਲੀ ਥਾਵਾਂ ਭਰੋ। ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਸਥਿਤ ਹੈ। ਭਾਰਤ ਵਿੱਚ ਬਹੁਤ ਸਾਰੇ ਬੰਦਰਗਾਹ ਨਗਰ ਹਨ। ਭਾਰਤੀ ਕਾਰੀਗਰ ਕਈ ਕਿਸਮ ਦਾ ਵਧੀਆ ਮਾਲ ਤਿਆਰ ਕਰਨ ਵਿੱਚ ਨਿਪੁੰਨ ਸਨ। ਜਿੱਥੇ ਵੱਖ-ਵੱਖ ਉਤਪਾਦਨ ਕੇਂਦਰਾਂ ਤੋਂ ਆਉਣ ਵਾਲਾ ਸਮਾਨ ਖਰੀਦਿਆ ਅਤੇ ਵੇਚਿਆ ਜਾਂਦਾ ਹੈ, ਉਸ ਸਥਾਨ ਨੂੰ ਵਪਾਰਕ ਨਗਰ ਕਹਿੰਦੇ ਹਨ। ਅਗਲੀ ਅਭਿਆਸ ਹੈ ਸਹੀ ਮਿਲਾਨ ਕਰੋ। ਤੁਹਾਨੂੰ ਇੱਥੇ ਕੁਝ ਸਥਾਨ ਅਤੇ ਸੰਬੰਧਿਤ ਨਗਰ ਦਿੱਤੇ ਜਾਣਗੇ। ਤੁਸੀਂ ਵੇਖ ਕੇ ਮਿਲਾਨ ਕਰਨਾ ਹੈ ਕਿ ਦਿੱਤੇ ਹੋਏ ਸਥਾਨ ਕਿਸ ਪ੍ਰਕਾਰ ਦੇ ਨਗਰਾਂ ਵਿੱਚ ਆਉਂਦੇ ਹਨ। ਇਨ੍ਹਾਂ 4 ਪ੍ਰਕਾਰ ਦੇ ਨਗਰਾਂ ਨੂੰ ਦਿੱਤੇ ਗਏ ਸਥਾਨਾਂ ਨਾਲ ਸਹੀ ਮਿਲਾਓ। ਉੱਤਰ, ਬੰਦਰਗਾਹ ਨਗਰ ਵਿਸ਼ਾਖਾਪਟਨਮ। ਤੀਰਥ ਸਥਾਨ ਜਗਨਨਾਥਪੁਰੀ। ਰਾਜਧਾਨੀ ਨਗਰ ਅਯੋਧਿਆ ਅਤੇ ਵਪਾਰਕ ਨਗਰ ਸੂਰਤ। ਅੱਗੇ ਤੁਹਾਨੂੰ ਕੁਝ ਵਾਕ ਦਿੱਤੇ ਜਾਣਗੇ ਜਿਨ੍ਹਾਂ ਬਾਰੇ ਤੁਸੀਂ ਦੱਸਣਾ ਹੈ ਕਿ ਉਹ ਸਹੀ ਹਨ ਜਾਂ ਗਲਤ। ਪਹਿਲਾਂ ਇਹਨਾਂ ਵਾਕਾਂ ਨੂੰ ਧਿਆਨ ਨਾਲ ਪੜ੍ਹ ਲਵੋ। ਆਦਿ ਮਨੁੱਖ ਨਗਰਾਂ ਦੇ ਨੇੜੇ ਰਹਿੰਦਾ ਸੀ।
ਇਹ ਕਥਨ ਗਲਤ ਹੈ ਕਿਉਂਕਿ ਆਦਿ ਮਨੁੱਖ ਆਪਣੇ ਖੇਤਾਂ ਦੇ ਨੇੜੇ ਰਹਿੰਦਾ ਸੀ। ਮੱਧਕਾਲੀਨ ਭਾਰਤ ਵਿੱਚ ਬਹੁਤ ਸਾਰੇ ਬੰਦਰਗਾਹ ਨਗਰ ਸਨ। ਇਹ ਕਥਨ ਸਹੀ ਹੈ। ਨਨਕਾਣਾ ਸਾਹਿਬ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਇਹ ਕਥਨ ਵੀ ਸਹੀ ਹੈ। ਭਾਰਤੀ ਉੱਨੀ, ਸੂਤੀ ਅਤੇ ਰੇਸ਼ਮੀ ਕੱਪੜਾ ਏਸ਼ੀਆ ਵਿੱਚ ਪ੍ਰਸਿੱਧ ਸੀ। ਇਹ ਕਥਨ ਗਲਤ ਹੈ ਕਿਉਂਕਿ ਭਾਰਤੀ ਉੱਨੀ, ਸੂਤੀ ਅਤੇ ਰੇਸ਼ਮੀ ਕੱਪੜਾ ਸੰਸਾਰ ਭਰ ਵਿੱਚ ਪ੍ਰਸਿੱਧ ਸੀ। ਅੱਗੇ ਤੁਹਾਨੂੰ ਕੁਝ ਨਗਰ ਅਤੇ ਸਥਾਨ ਦਿੱਤੇ ਜਾਣਗੇ ਜਿਨ੍ਹਾਂ ਦਾ ਤੁਸੀਂ ਆਪਸ ਵਿੱਚ ਸਹੀ ਮਿਲਾਨ ਕਰਨਾ ਹੈ ਕਿ ਇਹ ਕਿਹੜੇ ਨਗਰ ਵਿੱਚ ਆਉਂਦੇ ਹਨ। ਆਓ ਆਪਾਂ ਹੁਣ ਉੱਤਰ ਜਾਣਦੇ ਹਾਂ। ਬੰਦਰਗਾਹ ਨਗਰ ਵਿਸ਼ਾਖਾਪਟਨਮ। ਤੀਰਥ ਸਥਾਨ ਜਗਨਨਾਥਪੁਰੀ। ਰਾਜਧਾਨੀ ਨਗਰ ਅਯੋਧਿਆ। ਵਪਾਰਕ ਨਗਰ ਸੂਰਤ। ਆਓ ਹੁਣ ਆਪਾਂ ਪਾਠ ਦੇ ਸਮਾਪਨ ਤੋਂ ਪਹਿਲਾਂ ਕੁਝ ਮਹੱਤਵਪੂਰਨ ਤੱਥਾਂ ਨੂੰ ਦੁਹਰਾ ਲਈਏ। ਇਹ ਕੁਝ ਯਾਦ ਰੱਖਣ ਯੋਗ ਤੱਥ ਹਨ ਜਿਨ੍ਹਾਂ ਨੂੰ ਤੁਸੀਂ ਪੂਰੇ ਧਿਆਨ ਨਾਲ ਦੁਹਰਾ ਲੈਣਾ ਹੈ। ਅਸੀਂ ਪਾਠ ਦੇ ਸ਼ੁਰੂਆਤ ਦੇ ਵਿੱਚ ਜਾਣਿਆ ਸੀ ਕਿ ਆਦਿ ਮਨੁੱਖ ਨੇ ਖੇਤਾਂ ਦੇ ਨੇੜੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਮਾਂ ਬੀਤਣ ਦੇ ਨਾਲ ਫਿਰ ਉਹ ਲੋਕ ਪਿੰਡਾਂ ਵਿੱਚ ਜਾ ਕੇ ਵਸ ਗਏ, ਪਿੰਡਾਂ ਵਿੱਚ ਰਹਿਣ ਲੱਗੇ ਅਤੇ ਇਹੀ ਪਿੰਡ ਉੱਨਤੀ ਕਰਕੇ ਅੱਗੇ ਨਗਰਾਂ ਦਾ ਰੂਪ ਧਾਰਨ ਕਰ ਗਏ ਅਤੇ ਇਹਨਾਂ ਨਗਰਾਂ ਵਿੱਚ ਹੀ ਕੁਝ ਦਰਬਾਰੀ ਨਗਰ, ਕੁਝ ਤੀਰਥ ਸਥਾਨ, ਕੁਝ ਬੰਦਰਗਾਹ ਨਗਰ ਅਤੇ ਕੁਝ ਵਪਾਰਕ ਨਗਰਾਂ ਵਜੋਂ ਜਾਣੇ ਗਏ। ਫਿਰ ਆਪਾਂ ਭਾਰਤੀ ਨਗਰਾਂ ਦੇ ਸਰੋਤਾਂ ਬਾਰੇ ਜਾਣਿਆ। ਕਈ ਵਿਦੇਸ਼ੀ ਯਾਤਰੀ ਅਤੇ ਇਤਿਹਾਸਕਾਰਾਂ ਜਿਵੇਂ ਕਿ ਬਰਨੀਅਰ, ਦੁਰਤ ਬਾਰਬੋਸਾ, ਰੋਲਫ ਫਿਚ, ਵਿਲੀਅਮ ਬਾਫਿਨ, ਸਰ ਥਾਮਸ ਰਾਓ ਅਤੇ ਹੌਰਨਡਿਊ ਆਦਿ ਦੁਆਰਾ ਦਿੱਤੇ ਗਏ ਬਿਰਤਾਂਤਾਂ ਤੋਂ ਸਾਨੂੰ ਮੁਗਲ ਰਾਜ ਪ੍ਰਬੰਧ ਅਤੇ ਉਸ ਸਮੇਂ ਦੇ ਪੁਰਾਣੇ ਨਗਰਾਂ ਬਾਰੇ ਜਾਣਕਾਰੀ ਮਿਲਦੀ ਹੈ। ਇਹਨਾਂ ਬਿਰਤਾਂਤਾਂ ਤੋਂ ਹੀ ਸਾਨੂੰ ਮੁਗਲਾਂ ਦੇ ਭੂਮੀ ਲਗਾਨ ਪ੍ਰਬੰਧ ਦੇ ਸਰਕਾਰੀ ਦਸਤਾਵੇਜ਼ ਅਤੇ ਭੂਮੀ ਗ੍ਰਾਂਟਾਂ ਤੋਂ ਵੀ ਨਵੇਂ ਅਤੇ ਪੁਰਾਣੇ ਨਗਰਾਂ ਬਾਰੇ ਜਾਣਕਾਰੀ ਮਿਲਦੀ ਹੈ। ਅੱਗੇ ਆਪਾਂ ਰਾਜਧਾਨੀ ਨਗਰ ਜਾਂ ਦਰਬਾਰੀ ਨਗਰਾਂ ਦਾ ਅਧਿਐਨ ਕੀਤਾ, ਜਿਸ ਅਧੀਨ ਅਸੀਂ ਜਾਣਿਆ ਕਿ ਸਿੰਧੂ ਘਾਟੀ ਸੱਭਿਅਤਾ ਸਮੇਂ ਹੜੱਪਾ ਅਤੇ ਮੋਹਿੰਜੋਦੜੋ ਰਾਜਧਾਨੀ ਨਗਰ ਸਨ। ਵੈਦਿਕ ਕਾਲ ਵਿੱਚ ਅਯੋਧਿਆ ਅਤੇ ਇੰਦਰਪ੍ਰਸਥ, ਮਹਾਜਨਪਦਾਂ ਦੇ ਸਮੇਂ ਕੌਸ਼ਾਂਬੀ, ਪਾਟਲੀਪੁੱਤਰ ਅਤੇ ਵੈਸ਼ਾਲੀ ਰਾਜਧਾਨੀ ਨਗਰ ਰਹੇ। ਰਾਜਪੂਤ ਸ਼ਾਸਕਾਂ ਅਧੀਨ ਅਜਮੇਰ, ਤ੍ਰਿਪੁਰੀ, ਦਿੱਲੀ, ਆਗਰਾ, ਫਤਿਹਪੁਰ ਸੀਕਰੀ ਆਦਿ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ ਸੀ। ਦੱਖਣੀ ਭਾਰਤ ਵਿੱਚ ਕਾਂਚੀ, ਕਲਿਆਣੀ, ਦੇਵਗਿਰੀ, ਤੰਜੌਰ, ਮਦੁਰਾਈ ਆਦਿ ਰਾਜਧਾਨੀ ਨਗਰ ਰਹੇ। ਦਿੱਲੀ ਸਲਤਨਤ ਦੇ ਰਾਜਕਾਲ ਸਮੇਂ ਲਾਹੌਰ ਅਤੇ ਦਿੱਲੀ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ। ਇਸੇ ਤਰ੍ਹਾਂ ਮੁਗਲ ਕਾਲ ਸਮੇਂ ਦਿੱਲੀ, ਆਗਰਾ, ਫਤਿਹਪੁਰ ਸੀਕਰੀ ਮੁਗਲਾਂ ਦੇ ਰਾਜਧਾਨੀ ਨਗਰ ਰਹੇ ਸਨ। ਫਿਰ ਅਸੀਂ ਬੰਦਰਗਾਹ ਨਗਰਾਂ ਬਾਰੇ ਜਾਣਿਆ। ਮੱਧਕਾਲੀ ਭਾਰਤ ਵਿੱਚ ਬਹੁਤ ਸਾਰੇ ਬੰਦਰਗਾਹ ਨਗਰ ਸਨ। ਭਾਰਤ ਦੇ ਪੱਛਮੀ ਸਮੁੰਦਰੀ ਤੱਟ ਉੱਤੇ ਗੋਆ, ਕੋਚੀਨ, ਸੂਰਤ, ਭਰੂਚ ਆਦਿ ਬੰਦਰਗਾਹ ਨਗਰ ਅਤੇ ਪੂਰਬੀ ਸਮੁੰਦਰੀ ਤੱਟ ਉੱਤੇ ਵਿਸ਼ਾਖਾਪਟਨਮ ਅਤੇ ਤਾਮਰਲਿਪਤੀ ਵਰਗੇ
ਪ੍ਰਮੁੱਖ ਸਮੁੰਦਰੀ ਬੰਦਰਗਾਹ ਨਗਰ ਸਨ। ਫਿਰ ਇਸ ਤੋਂ ਬਾਅਦ ਅਸੀਂ ਤੀਰਥ ਸਥਾਨਾਂ ਬਾਰੇ ਜਾਣਿਆ, ਜਿਨ੍ਹਾਂ ਵਿੱਚ ਨਨਕਾਣਾ ਸਾਹਿਬ ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਅੰਮ੍ਰਿਤਸਰ, ਕੁਰੂਕਸ਼ੇਤਰ, ਜਗਨਨਾਥਪੁਰੀ ਅਤੇ ਦਵਾਰਕਾਪੁਰੀ ਤੀਰਥ ਸਥਾਨ ਸ਼ਾਮਿਲ ਹਨ। ਫਿਰ ਅਸੀਂ ਵਪਾਰਕ ਨਗਰਾਂ ਬਾਰੇ ਅਧਿਐਨ ਕੀਤਾ। ਇਹਨਾਂ ਵਿੱਚ ਦਿੱਲੀ, ਆਗਰਾ, ਸੂਰਤ, ਅਹਿਮਦਨਗਰ, ਅਹਿਮਦਾਬਾਦ, ਗੋਆ, ਦਮਨ ਅਤੇ ਦਿਊ ਆਦਿ ਬਹੁਤ ਪ੍ਰਸਿੱਧ ਸਨ। ਉਸ ਤੋਂ ਬਾਅਦ ਅਸੀਂ ਵਪਾਰੀ ਅਤੇ ਕਾਰੀਗਰਾਂ ਬਾਰੇ ਅਧਿਐਨ ਕੀਤਾ। ਵਪਾਰੀਆਂ ਅਤੇ ਕਾਰੀਗਰਾਂ ਨੇ ਭਾਰਤ ਦੀ ਆਰਥਿਕ ਸਥਿਤੀ ਵਿੱਚ ਬਹੁਤ ਹੀ ਵਡਮੁੱਲਾ ਯੋਗਦਾਨ ਦਿੱਤਾ ਸੀ। ਭਾਰਤੀ ਕਾਰੀਗਰ ਜੋ ਸਨ ਉਹ ਵਧੀਆ ਮਾਲ ਤਿਆਰ ਕਰਨ ਵਿੱਚ ਮਾਹਿਰ ਸਨ, ਨਿਪੁੰਨ ਸਨ। ਕੱਪੜਾ ਉਦਯੋਗ ਖਾਸ ਤੌਰ 'ਤੇ ਮਸ਼ਹੂਰ ਸੀ ਅਤੇ ਉਸ ਵਿੱਚ ਵੀ ਖਾਸ ਤੌਰ 'ਤੇ ਊਨੀ, ਸੂਤੀ ਅਤੇ ਰੇਸ਼ਮੀ ਕੱਪੜਾ ਜੋ ਸੀ ਉਹ ਸੰਸਾਰ ਭਰ ਵਿੱਚ ਬਹੁਤ ਹੀ ਪ੍ਰਸਿੱਧ ਸੀ। ਇਸ ਤੋਂ ਇਲਾਵਾ ਚਮੜੇ ਦਾ ਸਮਾਨ ਤਿਆਰ ਕਰਨ ਵਿੱਚ ਵੀ ਕਾਰੀਗਰ ਬਹੁਤ ਨਿਪੁੰਨ ਸਨ। ਫਿਰ ਮੱਧਕਾਲੀ ਭਾਰਤ ਵਿੱਚ ਧਾਤਾਂ ਦੀਆਂ ਵਸਤੂਆਂ ਬਣਾਉਣ ਦੀ ਕਲਾ ਵੀ ਬਹੁਤ ਪ੍ਰਸਿੱਧ ਹੋਈ। ਲੁਹਾਰਾਂ ਅਤੇ ਸੁਨਿਆਰਾਂ ਨੇ ਕਾਫੀ ਵਧੀਆ ਕਿਸਮ ਦਾ ਮਾਲ ਤਿਆਰ ਕੀਤਾ ਅਤੇ ਇਸੇ ਮਾਲ ਨੂੰ ਉਹਨਾਂ ਨੇ ਹੋਰਨਾਂ ਦੇਸ਼ਾਂ ਵਿੱਚ ਵੀ ਭੇਜਿਆ। ਸਿੱਟੇ ਵਜੋਂ ਕੀ ਹੋਇਆ ਕਿ ਭਾਰਤੀ ਕਾਰੀਗਰਾਂ ਅਤੇ ਵਪਾਰੀਆਂ ਨੇ ਭਾਰਤ ਦੇ ਅਮੀਰ ਬਣਨ ਵਿੱਚ ਕਾਫੀ ਮਦਦ ਕੀਤੀ। ਸੋ ਪਿਆਰੇ ਵਿਦਿਆਰਥੀਓ, ਇਸ ਦੇ ਨਾਲ ਪਾਠ 16 ਨਗਰ ਵਪਾਰੀ ਅਤੇ ਕਾਰੀਗਰ ਦੇ ਭਾਗ ਪਹਿਲੇ ਦਾ ਸਮਾਪਨ ਹੁੰਦਾ ਹੈ। ਉਮੀਦ ਹੈ ਤੁਸੀਂ ਇਸ ਪਾਠ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਇਸ ਦਾ ਅਧਿਐਨ ਕੀਤਾ। ਸੋ ਹੁਣ ਆਪਾਂ ਫਿਰ ਮਿਲਾਂਗੇ ਇਸੇ ਪਾਠ ਦੇ ਦੂਜੇ ਭਾਗ ਨੂੰ ਲੈ ਕੇ। ਤਦ ਤੱਕ ਲਈ ਧੰਨਵਾਦ।